ओ पुत परलो प्रभ ते होवे, ए विचारी हर जनी। नाम प्रभु के जो रंग राते, कल में सुखिए से गनी। अवरो पाओ ना कोई सूझे, नानक तरिए गुर बचनी। संत ढोल मल्ला पंजवा। पंजे पातशाह गुरु अर्जन देव जी महाराज फरमान करते ने, मूल ना बूझे आप ना सूझे, परम व्यापी अंग मनी। जी मूल गल नूं समझदा ही नहीं, ना इस नूं गल कोई सुझदी है, क्योंकि इहदा जन्म तां होया है संसार दे च आया जीव कल्याण वास्ते। रगत बिन तो पैदा होया, इस गल नूं पता नहीं लग्या, भरमां च पैदा। परम व्यापी अहंग मनी, परम क्यों हो गया? कोई अहंकार च आ गया। अहंकार भी मैं बड़ा खास, बड़ा वड्डा, बड़ा जोधा, बड़ा बली। इन्हें नहीं पता भी तो रगत बिन तो पैदा होया। पिता पार ब्रह्म प्रभ धनी, सारिਆਂ ਦਾ परमेश्वर पिता परमात्मा पार ब्रह्म है, जिहड़ा धनी, हर गल दा धनी, हर चीज़ मालकीयत उसदे कोल है। मोह निस्तारो निर्गुणी, की करे अरदास करे, हे महाराज मैनू निर्गुण बंदे नूं निस्तारो, मेरा कल्याण कर दे, पार उतारा कर दे। रहाओ ओ पुत परलो प्रभ ते होवे, ए विचारी हर जनी। हरिजन जिहड़े हुंदे ने वो इस गल का विचार करते हैं भी सारा संसार पैदा करने वाला, परलो करने वाला वो प्रभु आप ही है। ये सारी सृष्टि रचना उस प्रभु ने आप ही की हुई। नाम प्रभु के जो रंग राते, कल में सुखिए से गनी। जे प्रभु के नाम जिहड़े लगे हुए ने, रंग परमेश्वर का नूं चढ़िया, आनंद आंदा है। कल में सुखीए से गनी, कलयुग च उन्होंने भी सुखिया गिनिया जाता। वो जीव सुख प्राप्त करते हैं जिहड़े प्रभु के रंग च आनंद च लगे हुए। अवरो पाव ना कोई सूझे, नानक तरिए गुरु बचनी। कहते कोई तरीका कि ये तर सके? कहते एक कोई तरीका है, ये गुरु के बचनों को मन के उसके मुताबिक चले, होर कोई तरीका ही कोई नहीं। पंजे पातशाह कहते कोई तरीका नहीं। और उपाय ना कोई सूझे, कोई सोचता नहीं होर कोई तरीका भी इसकी कल्याण किस तरह हो सकती है। एको ही तरीका है, नानक तरिए गुरु बचनी। इस संसार सागर तो केवल गुरु के बचनों नाल ही तर सकता है, होर कोई उपाय है ही नहीं। तीसरे पातशाह गुरु अमरदास महाराज का जागमत दिवस। गोइंदवाल साहब दे विच लंगर की मानता की शोभा बड़ी बड़ी दूर दूर जगह पहुंची। अकबर बादशाह से उसले हिंदुस्तान का बादशाह, इन्हें भी सुनिया कि गोइंदवाल साहब दे विच गुरु नानक साहब की गद्दी ते विराजमान तीसरे पातशाह बड़ी करामातां बरकतां दे मालक, बड़ा लंगर चलता है। गरीब गुरबा
ਬਿਨਾਂ ਜਾਤੀ ਮਜ਼ਹਬ ਦੇ ਸਵਾਲ ਤੋਂ ਉੱਥੇ ਬੈਠ ਕੇ ਲੰਗਰ ਛਕਦੇ ਨੇ। ਕੋਈ ਜਾਤ ਨਹੀਂ ਪੁੱਛੀ ਜਾਂਦੀ, ਕੋਈ ਧਰਮ ਨਹੀਂ ਦੇਖਿਆ ਜਾਂਦਾ, ਨਾ ਗਰੀਬ ਅਮੀਰ ਦੇਖਿਆ ਜਾਂਦਾ। ਬੜੀ ਨੇ ਕਈ ਜਗ੍ਹਾ ਜਾ ਕੇ ਸ਼ੋਭਾ ਸੁਣੀ। ਉਸ ਵੇਲੇ ਇਹਦੇ ਮਨ 'ਚ ਖਿਆਲ ਆ ਰਿਹਾ ਸੀ ਵੀ ਚਤੌੜ ਦਾ ਕਿਲ੍ਹਾ ਜਿੱਤਣਾ। ਉਦੋਂ ਇਹਦਾ ਭਰਾ ਸੀ ਲਾਹੌਰ ਦਾ ਸੂਬਾ, ਉੱਥੇ ਦਾ ਬਾਦਸ਼ਾਹ ਬਣਿਆ ਸੀ। ਇਹਨੇ ਦੇਖਿਆ ਅਕਬਰ ਬਾਦਸ਼ਾਹ ਉਹਦੇ ਰਜੇਵੇਂ 'ਚ ਲੱਗਾ ਅਤੇ ਉਹਨੇ ਸੋਚਿਆ ਪੰਜਾਬ ਨੂੰ ਕਾਬੂ ਕਰੀਏ। ਇਹਨੇ ਇੱਥੋਂ ਹਮਲਾ ਕਰ ਦਿੱਤਾ, ਲਾਹੌਰ ਵਾਲੇ ਪਾਸੋਂ ਚੜ੍ਹਾਈ ਕਰ ਦਿੱਤੀ। ਅਕਬਰ ਨੂੰ ਪਤਾ ਲੱਗਾ ਵੀ ਮੈਂ ਤਾਂ ਚਤੌੜ ਵੱਲ ਉੱਥੇ ਜਿੱਤਣ ਦੀ ਕੋਸ਼ਿਸ਼ ਕਰਦਾ ਅਤੇ ਇੱਥੇ ਭਰਾ ਮੇਰਾ ਪੰਜਾਬ ਨੂੰ ਹੀ ਇੱਥੇ ਆਉਣਾ ਚਾਹੁੰਦਾ। ਅਕਬਰ ਇੱਕਦਮ ਮੁੜ ਗਿਆ ਫਿਰ ਲਾਹੌਰ ਵੱਲ, ਬੜੀ ਤਗੜੀ ਸੈਨਾ ਲੈ ਕੇ ਗਿਆ। ਦੇ ਭਰਾ ਨੂੰ ਪਤਾ ਲੱਗਾ ਜਦੋਂ ਵੀ ਉਹ ਤਾਂ ਬੜੀ ਭਾਰੀ ਸੈਨਾ ਲੈ ਕੇ ਇੱਧਰ ਆ ਗਿਆ। ਉੱਥੋਂ ਹੀ ਫਿਰ ਇਹ ਵਾਪਸ ਨਿਕਲ ਗਿਆ ਜਾਫਰ ਬੇਗ। ਔਰ ਇਸ ਨਾਂ ਦੇ ਨਾਲ ਜਾਫਰ ਬੇਗ ਨੇ ਸੰਭਾਲਿਆ ਸੀ ਲਾਹੌਰ ਦੀ ਕਮਾਨ ਨੂੰ। ਅਕਬਰ ਬਾਦਸ਼ਾਹ ਦਾ ਉੱਥੇ ਦਾ ਸੂਬੇਦਾਰ ਸੀ। ਮੁਹੰਮਦ ਹਾਕਮ ਜਿਹੜਾ ਸੀ ਇਹਦਾ ਭਰਾ, ਇਹਨੇ ਲਾਹੌਰ 'ਤੇ ਹਮਲਾ ਕੀਤਾ ਸੀ, ਲੇਕਿਨ ਡਰ ਕੇ ਦੌੜ ਗਿਆ। ਜਦੋਂ ਵਾਪਸ ਆ ਰਿਹਾ ਅਕਬਰ ਬਾਦਸ਼ਾਹ ਅਤੇ ਉਸ ਵੇਲੇ ਵਿਚਾਰਾਂ ਕਰਦਾ ਵੀ ਮੈਂ ਚਤੌੜ ਜਾਣਾ। ਮਨ 'ਚ ਡਰ ਵੀ ਬੜਾ ਵੀ ਉੱਥੇ ਰਾਜਪੂਤਾਂ ਦਾ ਬੜਾ ਜ਼ੋਰ ਹੈ। ਪੁੱਛਣ ਲੱਗਾ ਵੀ ਕੋਈ ਫਕੀਰ ਔਲੀਆ ਮਿਲਾ ਕੇ ਜਾਵਾਂ। ਇਸ ਤਰ੍ਹਾਂ ਦੇ ਵਿਚਾਰ ਇਹਦੇ ਮਨ 'ਚ ਆ ਰਹੇ ਨੇ। ਉਸਨੇ ਰਸਤਾ ਹੀ ਇਹ ਸੀ ਗੋਇੰਦਵਾਲ ਸਾਹਿਬ ਦੇ ਪੱਤਣ ਬਿਆਸ ਨਦੀ ਦਾ ਟੱਪ ਕੇ ਅਤੇ ਦਿੱਲੀ ਤੋਂ ਲਾਹੌਰ ਦਾ ਮੇਨ ਰਸਤਾ ਹੀ ਸੀ ਉਹਨਾਂ ਦਾ, ਸ਼ਾਹੀ ਰਸਤਾ ਇਸੇ ਨੂੰ ਗਿਣਿਆ ਜਾਂਦਾ ਸੀ। ਦਿੱਲੀ ਤੋਂ ਲਾਹੌਰ ਜਾਣਾ ਅਤੇ ਜਾਂਦੇ ਹੋਏ ਪੱਤਣ ਟੱਪ ਕੇ ਉੱਥੋਂ ਹੀ ਜਾਈਦਾ ਸੀ ਗੋਇੰਦਵਾਲ ਸਾਹਿਬ ਤੋਂ। ਇੱਥੋਂ ਜਾ ਰਿਹਾ ਸੀ ਜਦੋਂ ਦਿੱਲੀ ਨੂੰ। ਉਸ ਵੇਲੇ ਫਿਰ ਲਾਹੌਰ ਦੇ ਜਿਹੜਾ ਸੂਬੇਦਾਰ ਨੇ ਥਾਪਿਆ ਸੀ, ਉਸਨੇ ਬੜੀ ਉਸਤਤ ਕੀਤੀ ਮਹਾਰਾਜ ਦੀ, ਬੜੇ ਕਰਨੀ ਵਾਲੇ ਨੇ। ਇਹਦੇ ਮਨ 'ਚ ਬੜੀ ਇੱਛਾ ਹੋਈ ਵੀ ਮੈਂ ਦਰਸ਼ਨ ਕਰਦੇ ਚੱਲਾਂ। ਇਸ ਕਰਕੇ ਇਹਨੇ ਆਪਣਾ ਸੂਬੇਦਾਰ ਭੇਜਿਆ। ਉਹਨੇ ਜਾ ਕੇ ਸੁਨੇਹਾ ਦਿੱਤਾ ਬਾਬਾ ਬੁੱਢਾ ਜੀ ਕਿ ਇੱਕ ਵਾਰ ਬਾਦਸ਼ਾਹ ਦਰਸ਼ਨ ਕਰਨਾ ਚਾਹੁੰਦਾ। ਬਾਬਾ ਬੁੱਢਾ ਜੀ ਨੇ ਬੜੇ ਪ੍ਰੇਮ ਨਾਲ ਉਹਨਾਂ ਨੂੰ ਜੀ ਆਇਆਂ ਕਹਿ ਕੇ ਸਵਾਗਤ ਕੀਤਾ। ਪਰ ਮਹਾਰਾਜ ਤੱਕ ਸੰਦੇਸ਼ ਪਹੁੰਚਾਇਆ ਵੀ ਇਸ ਤਰ੍ਹਾਂ ਅਕਬਰ ਬਾਦਸ਼ਾਹ ਦਰਸ਼ਨ ਕਰਨਾ ਚਾਹੁੰਦਾ। ਕਹਿੰਦੇ ਦਰਬਾਰ ਸਭਾ ਸੇ ਖੁੱਲ੍ਹਾ, ਕੋਈ ਵੀ ਆ ਕੇ ਇਸ ਸਥਾਨ ਦੇ ਦਰਸ਼ਨਾਂ ਵਾਸਤੇ ਆਪਣੀ ਸ਼ਰਧਾ ਪ੍ਰੇਮ ਦੇ ਨਾਲ ਸਿਮਰਨ ਭੇਟ ਕਰ ਸਕਦਾ। ਅਕਬਰ ਬਾਦਸ਼ਾਹ ਫਿਰ ਜਦੋਂ ਆਇਆ ਗੋਇੰਦਵਾਲ ਸਾਹਿਬ, ਬਾਬਾ ਬੁੱਢਾ ਜੀ ਇਤਿਆਦਿਕ ਨੇ ਅਗਵਾਈ ਕਰਕੇ ਉਹਨਾਂ ਨੂੰ ਬੜੇ ਪ੍ਰੇਮ ਨਾਲ ਲੰਗਰ 'ਚ ਬਿਠਾਇਆ। ਦੱਸਿਆ ਗੁਰੂ ਮਰਿਆਦਾ ਕੀ, ਕਹਿੰਦੇ ਪਹਿਲੇ ਲੰਗਰ ਛਕੋ ਫਿਰ ਦਰਸ਼ਨ ਆਉਣਗੇ। ਜੋ ਗੁਰੂ ਅਮਰਦਾਸ ਮਹਾਰਾਜ ਦੀ ਮਰਿਆਦਾ ਉੱਥੇ ਚਲਾਈ ਅਤੇ ਉਹ ਲੰਗਰ ਛਕ ਕੇ ਅਕਬਰ ਬਾਦਸ਼ਾਹ ਨੂੰ ਬੜਾ ਹੀ ਆਨੰਦ ਆਇਆ। ਫਿਰ ਕਹਿਣ ਲੱਗਾ ਵੀ ਤੁਹਾਡੇ ਪਾਤਸ਼ਾਹ ਕੀ ਛਕਦੇ ਨੇ? ਕਹਿੰਦੇ ਉਗਰਾ ਛਕਦੇ ਨੇ। ਕਹਿੰਦੇ ਕੀ ਮੈਨੂੰ ਵੀ ਮਿਲ ਸਕਦਾ ਉਹ? ਬਾਬਾ ਬੁੱਢਾ ਜੀ ਕਹਿਣਗੇ ਜੀ ਉਹ ਤਿਆਰ ਕਰਾ ਕੇ ਅਸੀਂ ਤੁਹਾਡੇ ਇੱਥੇ ਖੇਮੇ 'ਚ ਭੇਜ ਦਿੰਦੇ। ਨਹੀਂ, ਮੈਨੂੰ ਤਾਂ ਹੁਣੇ ਹੀ ਅਗਰ ਮਿਲ ਜਾਏ ਪ੍ਰਸ਼ਾਦ ਉਹਨਾਂ ਦਾ ਥੋੜ੍ਹਾ ਜਿੰਨਾ ਵੀ, ਮੈਂ ਇੱਥੇ ਹੀ ਛਕਣ ਦੀ ਇੱਛਾ ਰੱਖਦਾ। ਬਾਬਾ ਬੁੱਢਾ ਜੀ ਗਏ, ਬੇਨਤੀ ਕੀਤੀ। ਪਰ ਕਹਿੰਦੇ ਕੋਈ ਨਹੀਂ, ਸਾਡੇ 'ਚੋਂ ਲੈ ਜਾਓ ਭੋਜਨ 'ਚ। ਲਿਆ ਕੇ ਉਸਨੂੰ ਦਿੱਤਾ ਅਕਬਰ ਬਾਦਸ਼ਾਹ ਨੂੰ। ਦੇਖਦਾ ਵੀ ਕੀ ਖਾਂਦੇ ਨੇ। ਔਰ ਜਦੋਂ ਉਹਨੇ ਫੱਕਾ ਮਾਰਿਆ, ਇਤਨਾ ਸਵਾਦ ਉਹਨੂੰ ਆਇਆ। ਦੂਸਰੇ ਵਾਰੀ ਇੱਕ ਕਰਕੇ ਇੱਕ ਸਵਾਦ ਖਾਦਾ ਵੀ ਕਾਹਦਾ ਸਵਾਦ ਹੈ। ਦੂਸਰਾ ਫੱਕਾ ਮਾਰਿਆ, ਤੀਸਰਾ ਮਾਰਿਆ, ਉਹਨੂੰ ਆਨੰਦ ਹੀ ਆਨੰਦ, ਕੋਈ ਐਸੇ ਸਵਾਦ ਆ ਰਹੇ, ਸਮਝ ਨਹੀਂ ਆਈ ਉਸਨੂੰ ਵੀ ਕੀ ਚੀਜ਼ ਹੈ ਇਹ। ਦੂਸਰੇ ਦਿਨ ਫਿਰ ਤੇ ਮਹਾਰਾਜ ਨਾਲ ਮੁਲਾਕਾਤ ਹੋਈ। ਕਹਿੰਦੇ ਮਹਾਰਾਜ ਜੋ ਆਪ ਦਾ ਪ੍ਰਸ਼ਾਦ ਛਕ ਕੇ ਬੜਾ ਆਨੰਦ ਹੈ। ਕਾਹਦਾ ਬਣਾਉਂਦੇ ਹੋ? ਮਹਾਰਾਜ ਕਹਿੰਦੇ ਕਣਕ ਭੁੰਨ ਕੇ ਉਹਦਾ ਦਲੀਆ ਬਣਾਉਂਦੇ। ਇਹ ਉਹਦਾ ਕਣਕ ਦਾ ਇੰਨਾ ਸਵਾਦ
ਜ਼ਿੰਦਗੀ 'ਚ ਮੈਂ ਨਹੀਂ ਖਾਧਾ ਐਸਾ ਸਵਾਦ ਕਣਕ ਦਾ, ਵੀ ਕਣਕ ਭੁੰਨ ਕੇ ਉਹਦਾ ਦਲੀਆ ਬਣਾਇਆ, ਇਹਨੂੰ ਉਗਰਾ ਕਹਿੰਦੇ ਨੇ। ਅਤੇ ਮਹਾਰਾਜ ਉਹੀ ਛਕਦੇ ਹੁੰਦੇ ਸੀ। ਅਤੇ 36 ਪ੍ਰਕਾਰ ਦੇ ਭੋਜਨ ਦਾ ਉਸ ਵਿੱਚ ਆਨੰਦ ਸਵਾਦ ਆਇਆ। ਬੜਾ ਖੁਸ਼ ਹੋਇਆ ਕੁਰਬਾਸ਼ਾ। ਔਰ ਲੰਗਰ ਦੀ ਉਹਨੇ ਜਦੋਂ ਸੁਣੀ ਪ੍ਰਥਾ ਇਸ ਤਰ੍ਹਾਂ ਦੇ ਨਾਲ ਦੇਖੀ, ਹਰ ਗਰੀਬ ਅਮੀਰ ਆਦਮੀ ਬੈਠਾ, ਕੋਈ ਜਾਤ ਮਜ਼ਹਬ ਦੀ ਗੱਲ ਹੀ ਨਹੀਂ ਪੁੱਛਦਾ, ਸਭ ਸੇਵਾ 'ਚ ਲੱਗੇ ਨੇ। ਅਤੇ 12 ਪਿੰਡਾਂ ਦਾ ਪਟਾ ਲਿਖ ਕੇ ਮਹਾਰਾਜ ਚਰਨਾਂ 'ਚ ਰੱਖ ਦਿੱਤਾ ਵੀ ਮੇਰੀ ਸੇਵਾ ਪ੍ਰਵਾਨ ਕਰੋ। ਮਹਾਰਾਜ ਕਹਿੰਦੇ ਇਹ ਤਾਂ ਕਰਤਾਰ ਦਾ ਲੰਗਰ ਹੈ। ਕਹਿੰਦਾ ਲੰਗਰ ਵਾਸਤੇ ਮੇਰੀ ਸੇਵਾ ਰੱਖ ਲਓ। ਮੈਂ ਕਿਹਾ ਇਹ ਕਰਤਾਰ ਦਾ ਲੰਗਰ ਹੈ, ਕਿਸੇ ਰਾਜਸੀ ਪਟੇ 'ਤੇ ਨਹੀਂ ਚੱਲਦਾ। ਕਹਿੰਦੇ ਕਰਤਾਰ ਦਾ ਕੀ ਮਤਲਬ? ਮਹਾਰਾਜ ਕਹਿੰਦੇ ਖੁਦਾ, ਉਹ ਅੱਲਾ ਖੁਦਾ ਜਿਹੜਾ ਹੈ, ਉਸੇ ਦਾ ਇਹ ਲੰਗਰ ਹੈ। ਕਹਿੰਦੇ ਫਿਰ ਤਾਂ ਮੇਰੇ ਵੱਡੇ ਭਾਗ ਨੇ, ਫਿਰ ਤਾਂ ਜ਼ਰੂਰ ਮੇਰੀ ਸੇਵਾ ਪ੍ਰਵਾਨ ਕਰੋ। ਇਹ ਖੁਦਾ ਦੇ ਲੰਗਰ ਵਾਸਤੇ ਮੈਂ 12 ਪਿੰਡ ਦਾ ਜਗੀਰ, ਜਿਹੜੀ ਚਬਾਲ ਦਾ ਇਲਾਕਾ ਦੇਣਾ। ਮਹਾਰਾਜ ਕਹਿੰਦੇ ਵੀ ਅਸੀਂ ਇਸ ਨੂੰ ਪ੍ਰਵਾਨ ਨਹੀਂ ਕਰਦੇ, ਇੱਛਾ ਕੋਈ ਨਹੀਂ। ਉਸ ਵੇਲੇ ਵਜ਼ੀਰ ਨੇ ਕਿਹਾ ਵੀ ਇਹਨਾਂ ਦੀ ਬੇਟੀ ਹੈ, ਇਹਦੇ ਨਾਂ ਕਰ ਦੇ। ਅਤੇ ਬੇਟੀਆਂ ਸਾਂਝੀਆਂ ਹੁੰਦੀਆਂ, ਅਤੇ ਬੀਬੀ ਭਾਨੀ ਦੇ ਨਾਮ ਮੈਂ 12 ਪਿੰਡਾਂ ਦੀ ਜਗੀਰ ਕਰਦਾ। ਅਤੇ ਇਸ ਨਾਲ ਉਹ ਪਟਾ ਉਹਨੇ ਰੱਖਿਆ ਮਹਾਰਾਜ ਦੇ ਚਰਨਾਂ ਦੇ 500 ਸੋਨੇ ਦੀ ਮੋਹਰਾਂ, ਮੱਥਾ ਟੇਕਿਆ ਅਕਬਰ ਬਾਦਸ਼ਾਹ ਨੇ। ਕਾਫੀ ਚੀਜ਼ ਸਤਸੰਗ ਹੁੰਦਾ ਰਿਹਾ। ਫਿਰ ਕਹਿੰਦਾ ਮਹਾਰਾਜ ਮੈਨੂੰ ਆਵੇ ਹਯਾਤ ਦਿਓ, ਯਾਨੀ ਅੰਮ੍ਰਿਤ ਪਿਲਾ ਦਿਓ, ਜਿਹੜਾ ਤੁਹਾਡਾ ਅੰਮ੍ਰਿਤ ਪ੍ਰਸ਼ਾਦ ਹੈ, ਜਿਹੜਾ ਉਗਰਾ ਮਹਾਰਾਜ ਖਾਂਦੇ ਨੇ। ਕਹਿੰਦੇ ਆਵੇ ਹਯਾਤ ਹੈ, ਕਿਤਨਾ ਆਨੰਦ ਹੈ ਇਸ ਵਿੱਚ। ਅਤੇ ਮਹਾਰਾਜ ਉਸ ਵੇਲੇ ਫਿਰ ਸ਼ਬਦ ਦੁਆਰਾ ਉਸ ਨੂੰ ਸਮਝਾਇਆ ਅਕਬਰ ਬਾਦਸ਼ਾਹ ਨੂੰ। ਅਤੇ ਤੀਸਰੇ ਪਾਤਸ਼ਾਹ ਮਾਝ ਰਾਗ ਦੇ ਵਿੱਚ ਉਸ ਵੇਲੇ ਸ਼ਬਦ ਉਚਾਰਨ ਕਰਦੇ ਨੇ, ਅੰਮ੍ਰਿਤ ਨਾਮ ਮਨ ਵਸਾਏ। ਜਿਹੜਾ ਅੰਮ੍ਰਿਤ ਪਰਮੇਸ਼ਰ ਦਾ ਨਾਮ ਹੈ, ਇਹਨੂੰ ਮਨ 'ਚ ਵਸਾਓ। ਹਉਮੈ ਮੇਰਾ ਸਭ ਦੁੱਖ ਗਵਾਏ। ਕਿ ਫਿਰ ਕਿਸ ਤਰ੍ਹਾਂ ਦੇ ਨਾਲ ਇਹ ਆਨੰਦ ਆਇਆ? ਕਹਿੰਦੇ ਮੇਰਾ ਹਉਮੈ ਦਾ ਰੋਗ, ਇਹ ਦੁੱਖ ਦੂਰ ਕਰ ਦਿੱਤਾ ਜਦੋਂ ਅੰਮ੍ਰਿਤ ਰੂਪ ਨਾਮ ਜਪੀਦਾ। ਅੰਮ੍ਰਿਤ ਰੂਪ ਨਾਮ ਜਪਣ ਦੇ ਨਾਲ ਹਉਮੈ ਦਾ ਰੋਗ ਦੂਰ ਹੋ ਜਾਂਦਾ, ਸਾਰੇ ਦੁੱਖ ਗਵਾ ਜਾਂਦਾ। ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ। ਅੰਮ੍ਰਿਤ ਬਾਣੀ ਸਦਾ ਸਲਾਹੇ। ਪਰਮੇਸ਼ਰ ਦੀ ਬਾਣੀ ਅੰਮ੍ਰਿਤ ਰੂਪ ਹੈ, ਸਦਾ ਹੀ ਇਸ ਨੂੰ ਸਲਾਘਾ ਕੀਤੀ ਜਾਏ, ਉਪਮਾ ਕੀਤੀ ਜਾਏ। ਅੰਮ੍ਰਿਤ ਬਾਣੀ ਦੁਆਰਾ ਪਰਮੇਸ਼ਰ ਦੀ ਸਿਫਤ ਸਲਾਘਾ ਕੀਤੀ ਜਾਏ। ਅਤੇ ਅੰਮ੍ਰਿਤ ਅੰਮ੍ਰਿਤ ਪਾਵਣਿਆ, ਫਿਰ ਅੰਮ੍ਰਿਤ ਅੰਮ੍ਰਿਤ ਉਹਨੂੰ ਪ੍ਰਾਪਤ ਹੁੰਦਾ। ਹਾਂ ਬਾਰੀ ਜੋ ਬਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ। ਕਿ ਅਸੀਂ ਉਸ ਤੋਂ ਬਲਿਹਾਰ ਗੁਰਬਾਨ ਜਾਂਦੇ ਹਾਂ, ਜਿਹੜੀ ਅੰਮ੍ਰਿਤ ਰੂਪ ਬਾਣੀ ਦਾ ਉਚਾਰਨ ਕਰਦੇ ਨੇ, ਜਿਹੜੇ ਉਸ ਨੂੰ ਮਨ 'ਚ ਵਸਾ ਲੈਂਦੇ ਨੇ। ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਧਿਆ ਬਣਿਆ। ਅੰਮ੍ਰਿਤ ਨਾਮ ਜਿਹੜੀ ਹੈ ਬਾਣੀ, ਇਹਨੂੰ ਮਨ 'ਚ ਵਸਾ ਲਿਆ ਅਤੇ ਅੰਮ੍ਰਿਤ ਨਾਮ ਬਾਣੀ ਦਾ ਹੀ ਧਿਆਨ ਕੀਤਾ। ਅੰਮ੍ਰਿਤ ਨਾਮ ਧਿਆ ਬਣਿਆ। ਇਸ ਤਰ੍ਹਾਂ ਦੇ ਨਾਲ ਜੇ ਅੰਮ੍ਰਿਤ ਰੂਪ ਬਾਣੀ ਦੀ ਉਚਾਰਨਾ ਕਰਦੇ ਨੇ, ਉਹਦਾ ਜਾਪ ਕਰਦੇ ਨੇ, ਉਸ ਪਰਮੇਸ਼ਰ ਦੀ ਸਿਫਤ ਸਲਾਘਾ ਕਰਦੇ ਨੇ, ਅਤੇ ਉਹੀ ਕਲਿਆਣ ਨੂੰ ਪ੍ਰਾਪਤ ਹੁੰਦੇ ਨੇ। ਅਕਬਰ ਬਾਦਸ਼ਾਹ ਨੇ 40 ਸਾਲ ਭਾਰਤ ਵਿੱਚ ਰਾਜ ਕੀਤਾ। ਔਰ ਫਿਰ ਜੋ ਸ਼ਰਧਾ ਪ੍ਰੇਮ ਇਸਨੇ ਗੁਰੂ ਅਮਰਦਾਸ ਮਹਾਰਾਜ ਵਿੱਚ ਦੱਸਿਆ, ਅਮੋਲਕ ਸੀ ਦਾ ਵੀ ਇਹ ਪਿਆਰ ਗੁਰੂ ਘਰ ਵਾਸਤੇ, ਜਿਹੜਾ ਕਿ ਨਿਮਾਣਾ ਹੋ ਕੇ ਮਹਾਰਾਜ ਚਰਨਾਂ 'ਚ ਮਿਲਿਆ। ਔਰ ਕਹਿਣ ਲੱਗਾ ਵੀ ਮੈਂ ਤੁਝ ਸੇਵਾ ਭੇਟਾ ਰੱਖੀ ਜਿਹੜੀ ਹੈ, ਇਹਨੂੰ ਸਵੀਕਾਰ ਕਰ ਲਓ। ਇਸ ਤਰ੍ਹਾਂ ਬੇਨਤੀ ਕੀਤੀ ਅਕਬਰ ਬਾਦਸ਼ਾਹ ਨੇ। ਅਤੇ ਮਹਾਰਾਜ ਦੱਸੇ ਅੰਮ੍ਰਿਤ ਕੀ ਹੈ? ਨਾਮ ਹੈ ਪਰਮੇਸ਼ਰ ਦਾ। ਅਤੇ ਅੰਮ੍ਰਿਤ ਬਾਣੀ ਜਿਹੜੀ ਹੈ, ਪਰਮੇਸ਼ਰ ਦੀ ਜਿਹੜੀ ਬਾਣੀ ਹੈ, ਅੰਮ੍ਰਿਤ ਰੂਪ ਹੈ। ਜਿਹੜਾ ਵੀ ਇਹਦਾ ਜਾਪ ਕਰਦਾ ਉਹਦਾ ਕਲਿਆਣ ਹੋ ਜਾਂਦਾ। ਇਸ ਕਾਰਨ ਮਰ ਗਿਆ ਅਵਰ ਉਪਾਵ ਨਾ ਕੋਈ ਸੂਝੇ, ਨਾਨਕ ਤਰੀਏ ਗੁਰ ਬਚਨੀ। ਕੋਈ ਤਰੀਕਾ ਹੋਰ ਹੈ ਨਹੀਂ ਸੰਸਾਰ 'ਚੋਂ ਇਸ ਸਾਗਰ ਨੂੰ ਤਰਨ ਦਾ, ਕੇਵਲ ਗੁਰੂ ਦੁਆਰਾ ਦਿੱਤੇ ਹੋਏ ਬਚਨਾਂ ਨੂੰ ਮੰਨਿਆ ਜਾਵੇ। ਜੋ ਗੁਰੂ ਬਚਨ ਕਹਿੰਦਾ
ਜੋ ਮਾਰੇ ਫਰਮਾਨ ਕਰਦੇ ਨੇ ਬਸ ਉਸ 'ਤੇ ਚੱਲੇ ਅਤੇ ਤਾਂ ਇਸ ਦਾ ਜੀਵ ਦਾ ਕਲਿਆਣ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਅਵਰ ਉਪਾਵ ਨਾ ਕੋਈ ਸੁਝੇ, ਨਾਨਕ ਤਰੀਏ ਗੁਰ ਬਚਨੀ। ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗਲ ਸਮਾਦਨ ਝੂਠ ਵਿਭੂਗਨ ਸਾਰੂ